ਤੁਹਾਡੀ ਕਿਰਪਾ ਦੇ ਨਾਲ ਅਸੀਂ ਸਾਰੇ ਇਕੱਠੇ ਹੋਏ ਹਾਂ ਔਰ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ। ਤੁਸੀਂ ਆਪਣੀ ਕਿਰਪਾ ਦੇ ਨਾਲ ਸਾਨੂੰ ਬਚਾ ਕੇ ਰੱਖਿਆ। ਬੀਤੇ ਸਮੇਂ ਦੇ ਵਿੱਚ ਵੀ ਤੁਸੀਂ ਆਪਣੀ ਕਿਰਪਾ ਕੀਤੀ ਔਰ ਪਰਮੇਸ਼ਰ ਇਸ ਵਕਤ ਅਸੀਂ ਵਚਨ ਤੁਹਾਡਾ ਸੁਣਨ ਜਾ ਰਹੇ ਹਾਂ। ਤੁਹਾਡਾ ਆਤਮਾ ਸਾਡੀ ਅਗਵਾਈ ਕਰੇ। ਤੁਹਾਡਾ ਆਤਮਾ ਮੇਰੇ ਦੁਆਰਾ ਪ੍ਰਭੂ ਬੋਲੇ ਔਰ ਸੁਣਨ ਵਾਲਿਆਂ ਦੇ ਕੰਨ ਬਲੈਸ ਹੋ ਜਾਣ, ਦੇਖਣ ਵਾਲੀ ਦੀਆਂ ਅੱਖਾਂ ਬਲੈਸ ਹੋ ਜਾਣ ਔਰ ਜਿਹੜਾ ਵੀ ਸੁਣੇ ਗ੍ਰਹਿਣ ਕਰੇ। ਸਿੱਖਣ ਵਾਲੀ ਆਤਮਾ ਉਹਦੇ ਵਿੱਚ ਹੋਵੇ, ਸਿੱਖਣ ਵਾਲਾ ਦਿਲ ਉਹਦੇ ਵਿੱਚ ਹੋਵੇ ਤਾਂ ਕਿ ਤੁਹਾਡਾ ਵਚਨ ਸੁਣ ਕੇ ਉਹਨੂੰ ਬਰਕਤ ਮਿਲੇ। ਪਰਮੇਸ਼ਰ ਤੁਸੀਂ ਆਪਣਾ ਵਚਨ ਭੇਜ ਕੇ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਨੇ ਔਰ ਆਪਣੀ ਕਿਰਪਾ ਕਰੋ। ਹਰ ਇੱਕ ਦੇ ਵਿਸ਼ਵਾਸ ਨੂੰ ਮਜ਼ਬੂਤ ਕਰੋ, ਤਾਕਤ ਦਿਓ ਤਾਂ ਕਿ ਤੁਹਾਡਾ ਵਚਨ, ਅੱਜ ਦਾ ਵਚਨ ਸਾਰੇ ਲਈ ਬਰਕਤ ਦਾ ਕਾਰਨ ਬਣੇ। ਧੰਨਵਾਦ ਕਰਦੇ ਹਾਂ, ਯਿਸੂ ਮਸੀਹ ਦੇ ਨਾਮ ਤੇ ਮੰਗਦੇ ਹਾਂ, ਆਮੀਨ। ਅੱਜ ਕੱਲ੍ਹ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਜੇ ਵੀ ਦੁਨੀਆ ਦੇ ਵਿੱਚ ਇੱਕ ਮਹਾਮਾਰੀ ਚੱਲ ਰਹੀ ਹੈ ਔਰ ਲੋਕ ਬੜੇ ਡਰੇ ਔਰ ਸਹਿਮੇ ਪਏ ਨੇ। ਬੜੀਆਂ ਮੁਸ਼ਕਲਾਂ ਚੱਲ ਰਹੀਆਂ ਨੇ। ਕਈ ਲੋਕੀ ਘਰੋਂ ਬੇਘਰ ਨੇ, ਦੂਰੋਂ ਕੰਮ ਕਰ ਲਿਆ ਆਏ ਨੇ ਔਰ ਫਿਰ ਘਰ ਜਾ ਰਹੇ ਨੇ। ਦਿੱਲੀ ਦੇ ਵਿੱਚ ਦੇਖ ਰਹੇ ਸਾਂ ਖਬਰਾਂ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦੇ ਉੱਤੇ ਮੁਸ਼ਕਲਾਂ ਆਈਆਂ ਨੇ ਔਰ ਚੱਲ ਕੇ ਉਹ ਤੁਰ ਪਏ ਨੇ। ਕਿੰਨੇ 100 ਕਿਲੋਮੀਟਰ ਤੁਰ ਕੇ ਚੱਲ ਪਏ ਨੇ ਔਰ ਬੜੀ ਮੁਸ਼ਕਲ ਦਾ ਸਾਹਮਣਾ ਲੋਕ ਕਰ ਰਹੇ ਨੇ। ਕਈਆਂ ਨੂੰ ਖਾਣ ਲਈ ਨਹੀਂ ਮਿਲ ਰਿਹਾ ਔਰ ਪਰ ਕਈ ਲੋਕੀ ਜਿਹੜੇ ਹੈਲਪ ਕਰਨ ਵਾਲੇ ਨੇ, ਮਦਦ ਕਰਨ ਵਾਲੇ ਨੇ, ਉਹ ਲੋਕਾਂ ਦੀ ਮਦਦ ਵੀ ਕਰ ਰਹੇ ਨੇ। ਔਰ ਸਾਨੂੰ ਅੱਜ ਦਾ ਦਿਨ ਜਿਹੜਾ ਵਾ ਅਸੀਂ ਇਹ ਗੱਲਾਂ ਸਿੱਖਣੀਆਂ ਨੇ। ਅੱਜ ਦੇ ਮਾਹੌਲ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਚੱਲਣਾ ਚਾਹੀਦਾ ਵਾ, ਕਿਸ ਤਰ੍ਹਾਂ ਪ੍ਰਾਰਥਨਾ ਕਰੀਏ ਤਾਂ ਕਿ ਪਰਮੇਸ਼ਰ ਦੀ ਕਿਰਪਾ ਸਾਰੇ ਲੋਕਾਂ ਦੇ ਉੱਤੇ ਹੋਵੇ। ਅਸੀਂ ਸਾਰੇ ਗੁਨਾਹਗਾਰ ਹਾਂ, ਅਸੀਂ ਸਾਰੇ ਪਾਪੀ ਲੋਕ ਹਾਂ। ਜੇ ਕੋਈ ਕਵੇ ਵੀ ਮੈਂ ਪਾਪ ਨਹੀਂ ਕਿਸੇ ਨੇ ਕੀਤਾ, ਮੈਂ ਪਾਪ ਨਹੀਂ ਕੀਤਾ, ਤੇ ਉਹ ਸਾਰਿਆਂ ਨਾਲੋਂ ਵੱਡਾ ਗੁਨਾਹਗਾਰ ਹੈ। ਅਸੀਂ ਸਾਰੇ ਗੁਨਾਹਗਾਰ ਹਾਂ। ਅਸੀਂ ਕਿਤੇ ਨਾ ਕਿਤੇ ਗਲਤੀਆਂ ਕਰਦੇ ਰਹਿੰਦੇ ਹਾਂ, ਪਰ ਅੱਜ ਅਸੀਂ ਪਰਮੇਸ਼ਰ ਤੋਂ ਕੋਈ ਮਾਫੀ ਮੰਗੀਏ, ਪਰਮੇਸ਼ਰ ਦੇ ਵਚਨ ਤੋਂ ਸਿੱਖੀਏ ਵੀ ਕਿਸ ਤਰ੍ਹਾਂ ਅਸੀਂ ਮਾਫੀ ਮੰਗਣੀ ਆ, ਕਿਸ ਤਰ੍ਹਾਂ ਪਰਮੇਸ਼ਰ ਆਪਣੇ ਲੋਕਾਂ ਨੂੰ ਮਾਫ ਕਰਦਾ ਵਾ ਔਰ ਆਪਣੀ ਕਿਰਪਾ ਕਰਦਾ ਵਾ। ਇਸ ਕਰਕੇ ਅੱਜ ਦਾ ਵਚਨ ਸਾਰੇ ਧਿਆਨ ਨਾਲ ਸੁਣੋ। ਅਸੀਂ ਦੇਖਦੇ ਹਾਂ ਨਿਆਂਇਆਂ ਦੀ ਪੁਸਤਕ ਉਹਦਾ 6 ਬਾਬ ਔਰ ਉਹਦੀ ਦੂਸਰੀ ਆਇਤ ਵਿੱਚ ਲਿਖਿਆ ਵਾ, ਮੈਦਾਨੀ ਲੋਕ ਇਜ਼ਰਾਈਲੀਆਂ ਤੋਂ ਤਗੜੇ ਸਨ, ਇਸ ਲਈ ਇਜ਼ਰਾਈਲੀ ਲੋਕ ਪਹਾੜ ਵਿੱਚ ਜਾ ਕੇ, ਗੁਫਾਵਾਂ ਅਤੇ ਕੰਦਰਾਂ ਵਿੱਚ ਜਾ ਕੇ ਰਹਿਣ ਲੱਗੇ। ਉਹਨਾਂ ਨੇ ਉੱਥੇ ਆਪਣੇ ਲਈ ਸੁਰੱਖਿਅਤ ਥਾਵਾਂ ਤਿਆਰ ਕਰ ਲਈਆਂ। ਅੱਜ ਵੀ ਲੋਕ ਬੜੇ ਡਰੇ ਪਏ ਨੇ ਔਰ ਜਿਸ ਤਰ੍ਹਾਂ ਕਿ ਹੁਕਮ ਨਿਕਲਿਆ ਵਾ ਵੀ ਆਪਣੇ ਆਪਣੇ ਘਰਾਂ 'ਚ ਰਹੋ ਔਰ ਅਸੀਂ ਘਰਾਂ ਦੇ ਵਿੱਚ ਬੈਠੇ ਹਾਂ ਤਾਂ ਕਿ ਮਹਾਮਾਰੀ ਫੈਲੇ ਨਾ। ਔਰ ਇਸੇ ਤਰੀਕੇ ਨਾਲ ਉਹ ਜਿਹੜੇ ਮਿਦਿਆਨੀ ਲੋਕ ਸਨ ਇਜ਼ਰਾਈਲੀਆਂ ਦੇ ਉੱਤੇ ਜਦੋਂ ਉਹਨਾਂ ਨੇ ਅਟੈਕ ਕੀਤਾ ਤਾਂ ਉਹ ਸਾਰੇ ਡਰ ਗਏ, ਘਬਰਾ ਗਏ ਤੇ ਉਹ ਸਾਰੇ ਡਰ ਗਏ ਔਰ ਉਹ ਇਹੋ ਜਿਹੀਆਂ ਥਾਵਾਂ ਤੇ ਜਾ ਕੇ ਲੁਕ ਗਏ ਵੀ ਤਾਂ ਕਿ ਸਾਨੂੰ ਕੁਝ ਕਹਿ ਨਾ ਸਕੇ, ਸਾਨੂੰ ਕੁਝ ਹੋ ਨਾ ਸਕੇ। ਔਰ ਅਸੀਂ ਦੇਖਦੇ ਹਾਂ 6 ਬਾਬ ਦੀ 6ਵੀਂ ਆਇਤ ਦੇ ਵਿੱਚ ਇਜ਼ਰਾਈਲੀ ਲੋਕ ਉਹਨਾਂ ਦੇ ਅੱਗੇ ਬਹੁਤ ਹੀ ਕਮਜ਼ੋਰ ਸਿੱਧ ਹੁੰਦੇ ਸਨ। ਸੋ ਇਸ ਸਮੇਂ ਇਜ਼ਰਾਈਲ ਨੇ ਫਿਰ ਪ੍ਰਭੂ ਅੱਗੇ ਦੁਹਾਈ ਦਿੱਤੀ। ਕਹਿਣ ਦਾ ਮਤਲਬ ਹੈ ਉਹਨਾਂ ਨੇ ਪ੍ਰਭੂ ਨੂੰ ਪੁਕਾਰਿਆ। ਅਸੀਂ ਵੀ ਕਮਜ਼ੋਰ ਹਾਂ ਔਰ ਸਾਡਾ ਫਰਜ਼ ਵੀ ਆ ਪ੍ਰਭੂ ਨੂੰ ਪੁਕਾਰਨਾ। ਪ੍ਰਭੂ ਨੂੰ ਪੁਕਾਰਿਆ, ਪਰਮੇਸ਼ਰ ਸਾਡੇ ਤੇ ਕਿਰਪਾ ਕਰ, ਅਸੀਂ ਕਮਜ਼ੋਰ ਹਾਂ, ਆਪਣੀ ਕਿਰਪਾ ਕਰ। ਔਰ ਕੀ ਹੋਇਆ ਜਦੋਂ ਉਹਨਾਂ ਨੇ ਪ੍ਰਾਰਥਨਾ ਕਰਨੀ ਸਟਾਰਟ ਕੀਤੀ ਤੇ ਪਰਮੇਸ਼ਰ ਦਾ ਇੱਕ ਸਵਰਗਦੂਤ ਨੇ ਆਣ ਕੇ ਦਰਸ਼ਨ ਦਿੱਤਾ। ਅਸੀਂ ਦੇਖਾਂਗੇ 13ਵੀਂ ਆਇਤ ਦੇ ਵਿੱਚ ਗਿਦੌਨ ਨੇ ਸਵਰਗਦੂਤ ਨੂੰ ਕਿਹਾ, ਸ਼੍ਰੀਮਾਨ ਜੀ, ਕੀ ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛ ਸਕਦਾ ਹਾਂ? ਜੇਕਰ ਪ੍ਰਭੂ ਸੱਚਮੁੱਚ ਸਾਡੇ ਨਾਲ ਹੈ ਤਾਂ ਫਿਰ ਇਹ ਸਭ ਮੁਸੀਬਤਾਂ ਸਾਡੇ ਉੱਤੇ ਕਿਉਂ ਆ ਪਈਆਂ ਹਨ? ਸਾਡੇ ਪੁਰਖੇ ਤਾਂ ਬਹੁਤ ਅਦਭੁਤ ਗੱਲਾਂ ਸਾਨੂੰ ਦੱਸਦੇ ਸਨ ਕਿ ਪ੍ਰਭੂ ਸੱਚਮੁੱਚ ਸਾਨੂੰ ਮਿਸਰ ਤੋਂ ਕੱਢ ਕੇ ਲਿਆਇਆ ਸੀ। ਤੇ ਗਿਦੌਨ ਨੇ ਉਹਨੂੰ ਪੁੱਛਿਆ ਵੀ ਸਾਡਾ ਪ੍ਰਭੂ ਤੇ ਸਾਡੇ ਨਾਲ ਆ, ਪਰ ਹੁਣ ਸਾਡੇ ਤੇ ਇੰਨੀਆਂ ਮੁਸੀਬਤਾਂ ਕਿਉਂ ਆ ਗਈਆਂ ਨੇ? ਔਰ ਅਸੀਂ ਦੇਖਦੇ ਹਾਂ ਮੁਸੀਬਤਾਂ ਕਿਉਂ ਆਈਆਂ। ਪਹਿਲੀ ਆਇਤ ਵਿੱਚ ਵੇਖਾਂਗੇ 6 ਬਾਬ ਦੀ ਪਹਿਲੀ ਆਇਤ ਵਿੱਚ, ਇਜ਼ਰਾਈਲੀ ਲੋਕਾਂ ਨੇ ਫਿਰ ਪ੍ਰਭੂ ਦੇ ਵਿਰੁੱਧ ਪਾਪ ਕੀਤਾ ਅਤੇ ਉਸ ਨੇ ਉਹਨਾਂ ਨੂੰ 7 ਸਾਲਾਂ ਤੱਕ ਮੈਦਾਨੀ ਲੋਕਾਂ ਦੇ ਅਧੀਨ ਕਰ ਦਿੱਤਾ। ਕਹਿਣ ਦਾ ਮਤਲਬ ਉਹਨਾਂ ਨੇ ਉਹਦੇ ਵਿਰੁੱਧ ਪਾਪ ਕੀਤਾ। ਪਾਪ ਕੀ ਹੁੰਦਾ ਵਾ? ਜਦੋਂ ਅਸੀਂ ਪਰਮੇਸ਼ਵਰ ਦਾ, ਪਰਮਾਤਮਾ ਦਾ ਕਹਿਣਾ ਨਹੀਂ ਮੰਨਦੇ ਔਰ ਉਹ ਪਾਪ ਹੁੰਦਾ ਵਾ।
ਜਿਹੜਾ ਪਰਮੇਸ਼ਰ ਸਾਨੂੰ ਸਿਖਾਉਣਾ ਚਾਹੁੰਦਾ ਵਾ ਉਹ ਅਸੀਂ ਸਿੱਖਦੇ ਨਹੀਂ ਆ, ਉਹਦੇ ਚੱਲਦੇ ਨਹੀਂ ਆ, ਤੇ ਉਹ ਸਾਡੇ ਲਈ ਪਾਪ ਬਣ ਜਾਂਦਾ ਵਾ। ਇਸ ਕਰਕੇ ਉਹਨਾਂ ਨੇ ਜਦੋਂ ਇਹ ਪਾਪ ਕੀਤਾ ਤੇ ਉਹ ਮੁਸੀਬਤਾਂ ਵਿੱਚ ਫਸ ਗਏ। ਔਰ ਅੱਜ ਵੀ ਦੇਖਿਆ ਜਾਵੇ ਤੇ ਬੜੇ ਲੋਕ ਪਾਪਾਂ ਦੇ ਵਿੱਚ ਫਸੇ ਪਏ ਨੇ। ਇਸ ਕਰਕੇ ਅਸੀਂ ਪਰਮਾਤਮਾ ਦੇ ਕੋਲ ਮਾਫੀ ਮੰਗੀਏ ਸਾਰੇ ਮਿਲ ਕੇ ਵੀ ਪਰਮਾਤਮਾ ਆਪਣੀ ਕਿਰਪਾ ਕਰ, ਜਿਹੜੇ ਲੋਕਾਂ ਨੇ ਪਾਪ ਕੀਤੇ ਨੇ ਜਾਂ ਸਾਡੇ ਤੋਂ ਪਾਪ ਹੋ ਗਏ ਨੇ, ਸਾਡੇ ਪਾਪਾਂ ਨੂੰ ਮਾਫ ਕਰ। ਤੁਸੀਂ ਦੇਖਿਆ ਹੋਏਗਾ ਟੀਵੀ ਦੇ ਵਿੱਚ, ਵੀਡੀਓ ਦੇ ਵਿੱਚ, ਫੇਸਬੁੱਕ ਦੇ ਵਿੱਚ ਕਿੰਨੇ ਤਰ੍ਹਾਂ ਦੇ ਦਿਖਾ ਰਹੇ ਨੇ, ਨਕਲੀਆਂ ਚੀਜ਼ਾਂ ਪੈਦਾ ਹੋ ਰਹੀਆਂ ਨੇ, ਸਬਜ਼ੀ ਨਕਲੀਆਂ ਬਣ ਰਹੀਆਂ ਨੇ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ। ਲੋਕੀ ਆਪਣੇ ਵੀਡੀਓ ਵਿੱਚ ਵਿਖਾਉਂਦੇ ਨੇ ਵੀ ਕਿਸ ਤਰ੍ਹਾਂ ਪਾਣੀ ਦੇ ਵਿੱਚ, ਕਿਸ ਤਰ੍ਹਾਂ ਤੇਲ ਦੇ ਵਿੱਚ ਪਤਾ ਨਹੀਂ ਕੋਈ ਪਾਊਡਰ ਮਿਲਾਉਂਦੇ ਨੇ, ਦੁੱਧ ਬਣਾ ਦਿੰਦੇ ਨੇ। ਕਿਸ ਤਰ੍ਹਾਂ ਲੋਕੀ ਆਪਣਾ ਪੈਸਾ ਇਕੱਠਾ ਕਰਨ ਲਈ, ਆਪਣੇ ਪਰਿਵਾਰ ਦਾ ਇਕੱਲਾ ਸੋਚਣ ਲਈ ਦੂਜਿਆਂ ਨੂੰ ਖਰਾਬ ਕਰ ਦਿੰਦੇ ਨੇ। ਸਬਜ਼ੀਆਂ ਕਿਸ ਤਰ੍ਹਾਂ ਹੇਰਾਫੇਰੀਆਂ ਹੋ ਰਹੀਆਂ ਨੇ, ਕਿਸ ਤਰ੍ਹਾਂ ਟੀਕੇ ਲਾ ਕੇ, ਕਿਸ ਤਰ੍ਹਾਂ ਸਪਰੇਅ ਕਰਕੇ ਉਹਨਾਂ ਨੂੰ ਵੇਚਿਆ ਜਾ ਰਿਹਾ ਵਾ, ਉਹਨਾਂ ਨੂੰ ਚਮਕਾਇਆ ਜਾ ਰਿਹਾ, ਪਾਲਿਸ਼ ਲਾ ਕੇ ਚਮਕਾਇਆ ਜਾ ਰਿਹਾ ਵਾ। ਲੋਕੀ ਇੱਕ ਦੂਜੇ ਦੇ ਨਾਲ, ਆਪਣੇ ਹਸਬੈਂਡ ਵਾਈਫ ਦੇ ਨਾਲ ਧੋਖਾ ਦੇ ਰਹੇ ਨੇ, ਦੂਜਿਆਂ ਦੇ ਪਿੱਛੇ ਲੱਗੇ ਪਏ ਨੇ। ਇਹ ਸਾਰੇ ਪਾਪ ਨੇ। ਚੋਰੀਆਂ ਕਰ ਰਹੇ ਨੇ, ਹੇਰਾਫੇਰੀਆਂ ਕਰ ਰਹੇ ਨੇ, ਆਪਣੇ ਮਾਪਿਓ ਦਾ ਕਹਿਣਾ ਨਹੀਂ ਮੰਨ ਰਹੇ, ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦੇ ਰਹੇ। ਬਜ਼ੁਰਗ ਲੋਕ ਜਿਹੜੇ ਨੇ ਉਹਨਾਂ ਨੂੰ ਛੱਡ ਹੀ ਦਿੱਤਾ ਗਿਆ ਵਾ। ਇਹ ਪਾਪ ਨਹੀਂ ਤੇ ਇਹ ਕੀ ਆ? ਪ੍ਰਭੂ ਦਾ ਵਚਨ ਸਾਨੂੰ ਸਿਖਾਉਂਦਾ ਵਾ ਵਧੀਆ ਤਰੀਕੇ ਨਾਲ ਚਲੋ, ਪਰਮੇਸ਼ਰ ਦਾ ਡਰ ਰੱਖੋ। ਸਾਰਿਆਂ ਤੋਂ ਵੱਡੀ ਸਿੱਖਿਆ ਮੈਂ ਹਰ ਵਾਰੀ ਇਹ ਸਿਖਾਉਣਾ ਹੁੰਦਾ, ਪਰਮੇਸ਼ਰ ਦਾ ਡਰ ਰੱਖਣਾ ਹੀ ਸਾਰਿਆਂ ਤੋਂ ਵੱਡੀ ਸਿੱਖਿਆ ਵਾ। ਕਿਉਂਕਿ ਪਰਮੇਸ਼ਰ ਜਰਮੀਆ ਦੀ ਪੁਸਤਕ 23 ਬਾਬ ਦੀ 23 ਆਇਤ ਦੇ ਵਿੱਚ ਲਿਖਿਆ, ਪਰਮੇਸ਼ਰ ਕਹਿੰਦੇ ਆ ਮੈਂ ਹਰ ਇੱਕ ਥਾਂ ਮੌਜੂਦ ਆ, ਮੈਂ ਇਨਸਾਨ ਆ, ਮੈਂ ਇੱਕ ਥਾਂ ਤੇ ਐਟ ਟਾਈਮ, ਮੈਂ ਹੁਣੇ ਇਸ ਵਕਤ ਇੱਥੇ ਆ। ਪਰ ਪਰਮੇਸ਼ਰ ਇਸ ਤਰ੍ਹਾਂ ਨਹੀਂ ਆ। ਪਰਮੇਸ਼ਰ ਸਾਰੀ ਦੁਨੀਆ ਦੇ ਵਿੱਚ ਆ, ਸਾਰੀ ਦੁਨੀਆ ਦਾ ਮਾਲਕ ਆ। ਕਿਉਂਕਿ ਪਰਮੇਸ਼ਰ ਨੇ ਸਾਰੀ ਦੁਨੀਆ ਬਣਾਈ ਆ ਔਰ ਉਹ ਹੀ ਸਾਰੀ ਦੁਨੀਆ ਦਾ ਸਰਵ ਸ਼ਕਤੀਮਾਨ ਪਰਮੇਸ਼ਰ ਆ। ਉਹ ਹਰ ਇੱਕ ਥਾਂ ਮੌਜੂਦ ਆ ਔਰ ਉਹ ਤੋਂ ਕੋਈ ਭੱਜ ਨਹੀਂ ਸਕਦਾ। ਪਰਮੇਸ਼ਰ ਹਰ ਇੱਕ ਨੂੰ ਦੇਖਦਾ ਵਾ। ਔਰ ਅਸੀਂ ਇੱਕ ਵਚਨ ਹੋਰ ਦੇਖਾਂਗੇ। ਫਿਰ ਬਾਅਦ ਦੇ ਵਿੱਚ ਕੀ ਹੋਇਆ? ਫਿਰ ਪਰਮੇਸ਼ਰ ਨੇ ਉਹਨਾਂ ਨੂੰ ਤਾਕਤ ਦਿੱਤੀ ਜਦੋਂ ਉਹਨਾਂ ਨੇ ਆਪਣੀ ਗਲਤੀਆਂ ਮੰਨੀਆਂ ਔਰ ਉਹਨਾਂ ਨੇ ਆਪਣੇ ਪਾਪ ਸਵੀਕਾਰ ਕੀਤੇ, ਔਰ ਪਰਮੇਸ਼ਰ ਨੇ ਉਹਨਾਂ ਨੂੰ ਤਾਕਤ ਦਿੱਤੀ ਔਰ ਉਹ ਫਿਰ ਕਹਿੰਦੇ ਜਿੱਤੇ ਔਰ ਉਹਨਾਂ ਦੀਆਂ ਜ਼ਿੰਦਗੀਆਂ ਸੇਫ ਰਹੀਆਂ। ਅਸੀਂ ਇੱਕ ਹੋਰ ਵਚਨ ਦੇਖਾਂਗੇ, ਦੂਸਰਾ ਇਤਿਹਾਸ ਉਹਦਾ 7ਵਾਂ ਬਾਬ ਉਹਦੀ 13ਵੀਂ ਤੇ 14ਵੀਂ ਆਇਤ ਵਿੱਚ ਦੇਖਾਂਗੇ। ਜਦੋਂ ਕਦੀ ਮੈਂ ਮੀਂਹ ਨਾ ਵਰਾਵਾਂ ਜਾਂ ਟਿੱਡੀ ਦਲ ਘੱਲ ਕੇ ਫਸਲ ਤਬਾਹ ਕਰ ਦਵਾਂ ਜਾਂ ਮਹਾਮਾਰੀ ਦੇ ਨਾਲ ਆਪਣੇ ਲੋਕਾਂ ਨੂੰ ਸਜ਼ਾ ਦਵਾਂ, ਅਤੇ ਜੇਕਰ ਉਹ ਪਛਤਾਵਾ ਕਰਨ ਅਤੇ ਬੁਰਾਈ ਛੱਡ ਕੇ ਮੇਰੇ ਅੱਗੇ ਪ੍ਰਾਰਥਨਾ ਕਰਨ, ਤਾਂ ਮੈਂ ਸਵਰਗ ਵਿੱਚ ਇਹਨਾਂ ਦੀ ਪ੍ਰਾਰਥਨਾ ਸੁਣਾਂਗਾ ਅਤੇ ਇਹਨਾਂ ਦੇ ਪਾਪ ਮਾਫ ਕਰਕੇ ਇਹਨਾਂ ਦੀ ਧਰਤੀ ਨੂੰ ਫਿਰ ਆਸ਼ੀਸ਼ ਕਰਾਂਗਾ। ਇਹ ਪਰਮੇਸ਼ਰ ਦੇ ਵਚਨ ਨੇ। ਔਰ ਪਰਮੇਸ਼ਰ ਨੇ ਕਿਹਾ ਵਾ ਵੀ ਜਦੋਂ ਅਸੀਂ ਪਰਮੇਸ਼ਰ ਦਾ ਕਹਿਣਾ ਨਹੀਂ ਮੰਨਦੇ, ਅਸੀਂ ਪਾਪ ਦੇ ਵਿੱਚ ਫਸ ਜਾਂਦੇ ਆ, ਆਪਣਾ ਪ੍ਰਭੂ ਦੀਆਂ ਗੱਲਾਂ ਤੇ ਨਹੀਂ ਚੱਲਦੇ ਔਰ ਆਪਣੀ ਮਰਜ਼ੀਆਂ ਕਰਦੇ ਆ, ਤੇ ਫਿਰ ਕੀ ਆਂਦੇ, ਪਰਮੇਸ਼ਰ ਦੀ ਕਿਰਪਾ ਸਾਡੇ ਤੋਂ ਹਟ ਜਾਂਦੀ ਆ ਤੇ ਫਿਰ ਸਾਡੇ ਤੇ ਮੁਸ਼ਕਲਾਂ ਆ ਜਾਂਦੀਆਂ ਨੇ। ਔਰ ਮਹਾਮਾਰੀ ਵੀ ਇੱਥੇ ਲਿਖਿਆ ਵਾ, ਮਹਾਮਾਰੀ ਵੀ ਆ ਜਾਂਦੀ ਆ। ਤੇ ਫਿਰ ਵਚਨ 'ਚ ਲਿਖਿਆ ਵਾ ਜੇ ਤੁਸੀਂ ਪ੍ਰਾਰਥਨਾ ਕਰੋਗੇ, ਆਪਣੀ ਗਲਤੀਆਂ ਨੂੰ ਮੰਨੋਗੇ, ਆਪਣਾ ਪਛਤਾਪ ਕਰੋਗੇ, ਤੇ ਫਿਰ ਪਰਮੇਸ਼ਰ ਆਪਣੀ ਕਿਰਪਾ ਕਰੇਗਾ ਔਰ ਸਾਡੀਆਂ ਥਾਵਾਂ ਨੂੰ ਬਲੈਸ ਕਰੇਗਾ। ਅੱਜ ਸਾਨੂੰ ਵੇਖੋ, ਤੁਸੀਂ ਆਪ ਸਾਰੇ ਜਾਣਦੇ ਜੇ ਵੀ ਅਸੀਂ ਘਰਾਂ ਦੇ ਵਿੱਚ ਬੈਠੇ ਆ, ਸਾਨੂੰ ਗਵਰਨਮੈਂਟ ਨੇ ਕਿਹਾ ਵਾ ਵੀ ਇੱਕ ਦੂਜੇ ਤੋਂ ਦੂਰ ਰਹੋ, ਇੱਕ ਦੂਜੇ ਤੋਂ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ, ਇੱਕ ਦੂਜੇ ਤੋਂ ਗੈਪ ਬਣਾ ਕੇ ਰੱਖੋ, 1 ਮੀਟਰ ਦਾ 2 ਮੀਟਰ ਦਾ। ਉਹ ਬਿਲਕੁਲ ਠੀਕ ਕਰ ਰਹੇ ਨੇ ਤਾਂ ਕਿ ਮਹਾਮਾਰੀ ਸਾਨੂੰ ਛੂਹ ਨਾ ਸਕੇ। ਪਰ ਅਸੀਂ ਪ੍ਰਭੂ ਦੇ ਕੋਲ ਤੇ ਆ ਸਕਦੇ ਆ, ਪ੍ਰਭੂ ਦੇ ਕਲੋਜ਼ ਹੋ ਸਕਦੇ ਆ। ਅਸੀਂ ਅੱਜ ਸਾਨੂੰ ਸਮਾਂ ਹੈਗਾ ਵਾ, ਪਰਮੇਸ਼ਰ ਚਾਹੁੰਦਾ ਵਾ ਵੀ ਮੇਰੇ ਲੋਕ, ਮੇਰੇ ਬੱਚੇ ਮੇਰੇ ਕੋਲ ਆਉਣ। ਅਸੀਂ ਪਰਮੇਸ਼ਰ ਦੇ ਅੱਗੇ ਬੈਠੀਏ, ਪਰਮੇਸ਼ਰ ਦੇ ਨਾਲ ਗੱਲਬਾਤ ਕਰੀਏ। ਘਰਾਂ ਦੇ ਵਿੱਚ ਠੀਕ ਹੈ ਅਸੀਂ ਫਿਲਮਾਂ ਦੇਖਦੇ ਆ, ਖਬਰਾਂ ਸੁਣਦੇ ਆ, ਕਈਆਂ ਦਾ ਟਾਈਮ ਪਾਸ ਨਹੀਂ ਹੁੰਦਾ, ਪਰ ਪ੍ਰਾਰਥਨਾ ਕਰਨੀ ਵੀ ਬੜੀ ਜ਼ਰੂਰੀ ਆ। ਪ੍ਰਾਰਥਨਾ ਕਰਨੀ ਬੜੀ ਜ਼ਰੂਰੀ ਹੈਗੀ ਆ, ਅਰਦਾਸ ਕਰਨੀ ਬੜੀ ਜ਼ਰੂਰੀ ਹੈਗੀ ਆ, ਤਾਂ ਕਿ ਪਰਮੇਸ਼ਰ ਸਾਡੇ ਉੱਤੇ ਆਪਣੀ ਕਿਰਪਾ ਕਰੇ। ਅੱਜ ਮੈਂ ਚਾਹੁੰਦਾ ਵਾਂ, ਮੈਂ ਤੁਹਾਨੂੰ ਇਨਕਰੇਜ ਕਰਦਾ ਵਾਂ, ਮੈਂ ਇਨਵਾਈਟ ਕਰਦਾ ਵਾਂ ਵੀ ਅਸੀਂ ਸਾਰੇ ਘਰਾਂ ਦੇ ਵਿੱਚ ਬੈਠ ਕੇ ਵੀ ਪ੍ਰਾਰਥਨਾ ਕਰੀਏ। ਸਾਰੇ ਘਰਾਂ ਦੇ ਵਿੱਚ ਬੈਠ ਕੇ ਆਪਣੀ ਗਲਤੀਆਂ ਦੇਖੀਏ, ਆਪਣੇ ਆਪ ਨੂੰ ਚੈੱਕ ਕਰੀਏ ਕਿਹੜੀਆਂ ਗਲਤੀਆਂ ਕੀਤੀਆਂ ਨੇ, ਔਰ ਅਸੀਂ ਮਾਫੀ ਮੰਗੀਏ। ਕਿਹਦੇ ਨਾਲ ਧੋਖਾ ਕੀਤਾ ਵਾ, ਕਿਹਨੂੰ ਗਾਲਾਂ ਕੱਢੀਆਂ ਨੇ, ਕਿਹਦੇ ਨਾਲ ਨਫ਼ਰਤ ਕੀਤੀ ਆ। ਕਿਉਂਕਿ ਵਚਨ ਦੇ ਵਿੱਚ ਲਿਖਿਆ ਵਾ ਵੀ ਜੇ ਤੂੰ ਮਾਫੀ ਮੰਗੇਗਾ ਤੇ ਤੈਨੂੰ ਮਾਫੀ ਦਿੱਤੀ ਜਾਵੇਗੀ, ਪਰਮੇਸ਼ਰ ਮਾਫ ਕਰੇਗਾ। ਸਾਰਿਆਂ ਤੋਂ ਪਹਿਲੇ
परमेश्वर दे नाल मिलन दा इक्को ही तरीका वा। परमेश्वर दे नाल मिलन दा एक तरीका वा भी जदों असीं अपनी गलतियां नूं मंनदे हां और अपना पश्चाताप करते हैं भी परमेश्वर मैं गलत काम किए ने, मैं अगे तो नहीं करूंगा, तो फिर असी परमेश्वर के नाल मिल जाते हैं, फिर परमेश्वर की कृपा दे असी लायक होंगे हैं। असी एक होर वचन देखांगे, दूसरा इतिहास और 20 बाब और तीसरी देखांगे की होया। एक राजा सी जोशाफाट, और जोशाफाट दे उत्ते 3 राजा ने, 3 कौमां ने, 3 देशां ने उते अटैक कर दिता। एक सी अदोमी, एक सी मोआबी, एक सी अमोनी। और इन 3 देशां ने, 3 राजा ने अपनी सेनावां दे नाल जोशाफाट राजा दे उत्ते अटैक कर दिता। और एक जोशाफाट जिहड़ा परमेश्वर दा नाम लैण वाला सी, और जदों उन्होंने पता लगा, असी देखते हैं दूसरी देखांगे। इस संबंध विच संदेशवाहकां ने आके राजा जोशाफाट नूं खबर दिती, अदोम देश तो एक वड्डी सेना आई है अते ओ सागर दे दूजे पासियों दी तुहाडे उत्ते चढ़ाई कर रही है। उन्हां हसनोन तमार अर्थात एन गद्दी नगर उत्ते पहला ही अधिकार कर लिया है। जोशाफाट एक खबर सुन के डर गया अते उसने प्रभु अगे अगवाई लई प्रार्थना की। उसने सारे देश विच वर्त रखण लई आग्ञा दी ते सब लोकां ने वर्त रखिया। मतलब की कीता उन्हें जदों देखा भी मेरे ते बड़े अटैक कर दिते ने, और वो डर गया। असी भी डर जाते हैं जदों साडे ते कोई अटैक होंदा वा, महामारी का अटैक आ, असी भी घबरा जाते हैं। ते उन्हें की कीता, उन्हें प्रार्थना की और उन्हें सारे लोकां नूं कहा असी प्रार्थना करिए और वर्त रखिए, वर्त फास्ट रखिए। फास्ट का मतलब होंदा वा असी खाना नहीं खाना और उहदे नाल प्रार्थना करनी है। फास्ट का मतलब ये नहीं गा भी असी अज रोजा रख लिया वा ते असी बाहर जाके घूम फिर रहीए, लोगों नाल गलबात कर रहीए, असी शॉपिंग कर रहीए जां इधर उधर टाइम वेस्ट कर दी, टीवी वेख लिया। पर नहीं, वर्तन मतलब रोजे का मतलब है प्रार्थना करनी, परमेश्वर के नाल समा बतीत करना, अपनी माफी मंगनी और दूजियां लई भी प्रार्थना करनी। और इस तरीके नाल जदों उन्होंने कीता ते परमेश्वर ने उन्हां दी अगवाई की। फिर उन्हां दे विच एक जहेजियल सी और प्रभु दा आत्मा जदों उत्ते ठहर गया। असी 15वीं आयत देखते हैं। मैं सारी आयतां नहीं पढ़ रहा क्योंकि मैं मेन तुहाडे नाल अज गल कर रहा हां। हिजकियल ने कहा, महाराज जोशाफाट, यहूदा अते यरूशलेम दे सब लोगों सुनो, प्रभु दा यह कहना है कि तुसी इस तरह वड्डी सैना नूं देख के ना घबराओ अते ना ही डरो। यह लड़ाई प्रभु दी है, ना कि तुहाडी। जब प्रभु का आत्मा उत्ते उतरिया और उन्हें कहा ना डरो, ये लड़ाई किहदी है? ये प्रभु की अपनी लड़ाई है। प्रभु अपने आप इनू देखेगा, प्रभु अपने आप इनू ठीक करेगा, प्रभु अपने आप पूरा सामना करेगा। असी कुछ नहीं कर सकते, असी रब तो बगैर कुछ नहीं कर सकते। वचन दे विच लिखा परमात्मा कहना तुसी मेरे तो बगैर कुछ नहीं कर सकते, और वाकई गल ठीक है कि असी परमेश्वर तो बगैर कुछ नहीं कर सकते। असी प्रार्थना करिए परमेश्वर इस तरह की वैक्सीनेशन लभे, इंजैक्शन लभण जिहदे नाल सारी बीमारी ठीक हो जाए। और इस करके उन्होंने फिर जदों वाक देखा भी प्रभु साडे नाल आ, तुसी ना घबराओ, तुसी ना डरो। और वचन दे विच 365 वारी ये परमेश्वर ने कहा तुसी ना डरो, क्योंकि 365 दिन साल दे विच होंदे ने। परमेश्वर रोज सानू कहंदा वा तुसी ना डरो, तुसी ना डरो। असी बहुता डर के भी नहीं रहना, क्योंकि असी इम्यून सिस्टम अपना गवा दिंदे आ। साडा इम्यून सिस्टम स्ट्रॉन्ग रहना चाहिए वा। सानू प्रभु दे भरोसा रखना चाहिए वा भी परमेश्वर साडे नाल आ। जे असी दुआवां करांगे तो परमेश्वर साडी सुनेगा। परमेश्वर क्यों नहीं सुनेगा? क्योंकि जिन्हें सानू धरती ते बनाया वा, बना के सानू भेजा वा, जे बनाउण वाला ही ना साडी सुने तो फिर कौन सुनेगा? इस करके परमेश्वर ने उन्होंने कहा तुसी डरो ना, ये लड़ाई मेरी है, मैं इन्हां नाल लड़ूंगा। अगे 17वीं आयत, तुहानू इस लड़ाई विच आप कुछ नहीं करना पवेगा, केवल तुसी उत्थे तैयारी करके खड़े हो जाना अते उडीकन ते तुसी देखोगे कि किस तरह प्रभु तुहानू उन्हां उत्ते जित दिंदा है। फिर अगे देखांगे 20 तो लैके 24 आयत तक मैं तुहानू उस तरह ही दस दिंदा वां। फिर की होया, परमेश्वर ने उन्होंने कहा तुसीं सवेरे सार उत्थे जाके तुसीं खड़े हो जाए उन्हां दे सामने, और तुसीं कुछ नहीं करना, तुसीं घबराउणा नहीं है, बाकी अपनी लड़ाई मैं अपने आपे लड़ लूंगा। तो की होया, मैं एक वचन पढ़ना 22 आयत। सो जदों रागियां ने प्रभु की महिमा गा के करनी शुरू की,
राजा बड़ा समझदार सी जोशाफाट और परमेश्वर की महिमा करते हुए गए, परमेश्वर का धन्यवाद करते हुए गए। आज भी सानू लोड़ हैगी आ परमेश्वर का धन्यवाद करो, क्योंकि परमेश्वर का धन्यवाद करने दे नाल परमेश्वर के नाम नूं जदों ऊंचा करते हैं तो जदों परमेश्वर नूं ऊंचा करते हैं साडीआं बीमारियां सारियां छोटियां हो जांदियां ने, साडीआं बीमारियां सारियां खत्म हो जांदियां ने। जदों असीं अपने परमात्मा नूं ऊंचा करते हैं, उसदा नाम लैके, उसदा धन्नवाद करके, उसदा नाम करके और स्तुति करके, तो की होया सो जदों रागियां ने प्रभु की महिमा गा के करनी शुरू की तो प्रभु ने यहूदियों उत्ते चढ़ाई करने वाले सेनावां अर्थात अमोनी, मुआबी अते अदोमी सेनावां विच खलबली मचा दी। तद अमोनी अते मुआबी सेनावां ने अदोमी सेना उत्ते ही चढ़ाई करके उन्होंने बिल्कुल तबाह कर दिता। पिछों अमोनी अते मुआबी भी आपो विच लड़ के सारे खत्म हो गए। कहने का मतलब है उन्हां च परमेश्वर ने इस तरह का कुछ किया भी अपने आप च जिहड़े तीन राजे उत्ते हमला करन आए सन जोशाफाट ते, और उन्हां दे विच खलबली मचा दी। उन्हां च कोई लड़ाई हो गई आपस दे विच और आपस च सारे लड़ के खत्म हो गए और ये खड़े दे खड़े रहे। और ये आ परमात्मा खुद लड़ाई करदा वा, परमात्मा अपने लोगों को बचाउंदा वा। बस असी की करना वा, तुसी की करना वा, प्रार्थना करो, वर्त रखो और परमेश्वर का धन्नवाद करदे रहो, परमेश्वर का नाम ऊंचा करो और स्तुति करो, क्योंकि परमेश्वर की जो स्तुति करते हैं और धन्नवाद करते हैं तो परमेश्वर की कृपा साडे ते बहुतायत विच आउंदी है। फिर वो जित प्राप्त की उन्होंने। असी एक वचन होर देखांगे, मती दी इंजील 6 बाब दे विच लिखिया वा, तुसी क्यों घबराउंदे जे, तुसी क्यों डरदे जे। इन्हां पंछियां वल वेखो, ना बीजदे ना वढ़दे ने ना इकट्ठा करदे ने, पर फिर भी परमेश्वर इन्हां नूं दिंदा वा। तुसी ते मेरे बेटे बेटी हो जे, इस करके असीं घबराउणा नहीं है। और वचन च ये भी लिखा वा जिहड़े लोग घबराउंदे ने प्रभु तो दूर ने, डर जांदे ने, असीं बहुता घबराउणा नहीं है। वचन च लिखा वा जिहड़े लोग प्रभु नूं नहीं जानदे और उन्हां दा इम्यून सिस्टम बड़ा घट जांदा वा, वो अपने आप ते फिर सोचदे ने भी मैं की करा। वो प्रभु तो जिहड़े लोग दूर रहिंदे ने, प्रभु दे अगे नहीं आउंदे, अपनी प्रार्थनावां नहीं करदे, ते फिर वो वाकई परमेश्वर की कृपा भी उन्हां ते इन्नी नहीं आउंदी। इस करके प्रभु के वचन दे विच लिखिया, मैनू खोजो, मैनू जानो, मैं तुहानूं उजाद करूंगा, मैं तुहानूं चंगियाई दूंगा। यूहन्ना दी इंजील 8 बाब दी 32 आयत दे विच लिखिया, परमेश्वर कहंदे ने सच्चाई नूं खोजो, परमेश्वर नूं खोजो। परमेश्वर सच्चा परमेश्वर है और जिंदा परमेश्वर है और वो अपनी वड्डी कृपा करदा वा। वचन च लिखिया वा, तुसी ते मेरे बेटे बेटी हो जे, तुसी ते मैनू जानदे जे, और की मैं तुहानूं छड्ड दूंगा, मैं तुहानूं कदी नहीं छड्डूंगा, मैं अंत तक तुहाडे नाल चलूंगा, मैं तुहाडे नाल अंत तक तुहाडे नाल रहूंगा। वचन च लिखिया परमेश्वर अल्फा और ओमेगा वा। यीशु नासरी जिहड़ा इस धरती ते आया और जिन्हें अपनी जान दी, जिन्हें अपनी सलीब दे उत्ते मौत दी, 6 घंटे सलीब दे उत्ते जाके अपनी जान दी, उन्होंने गुड फ्राइडे कहते हैं। जिस दिन यीशु मसीह नूं फड़िया गया, मारिया गया, कुचलिया गया, सलीब दी, उन्होंने गुड फ्राइडे कहते हैं। गुड फ्राइडे इस करके कहते हैं, वो गुड फ्राइडे साडा वा वो गुड, क्योंकि यीशु मसीह ने सारे पाप अपने ते लै ले, सारी गंदगी अपने ते लै ली और सारिਆਂ ਨੂੰ माफ किया, सारिਆਂ ਨੂੰ माफ किया। वचन च लिखिया वा उन्हें कले हिंदुस्तान लिए नहीं, कले ईसाइयां लिए नहीं, सारी दुनिया लिए उन्हें अपनी जान दी ताकि लोग सारे बचाए जान। मेन ਜਿਹੜਾ सैनिटाइजर ਆਪਾਂ ਲਗਾਉਂਦੇ ਆ, ਇਹਦੇ ਨਾਲ ਵੀ ਸਾਡੇ ਆਪਾਂ ਬਚਦੇ ਪੂਰੇ ਬਚਦੇ ਨਹੀਂ ਆ, ਪਰ ਅਸਲੀ ਸੈਨੀਟਾਈਜ਼ਰ ਯਿਸੂ ਮਸੀਹ ਦਾ ਖੂਨ ਆ, ਯਿਸੂ ਮਸੀਹ ਦਾ ਬਲੱਡ ਆ। ਜਦੋਂ ਅਸੀਂ ਬਲੱਡ ਦੇ ਉੱਤੇ ਆਪਣੇ ਆਪ ਨੂੰ ਕਵਰ ਕਰ ਲੈਂਦੇ ਆ, ਆਪਣੇ ਆਪ ਨੂੰ ਢੱਕ ਲੈਂਦੇ ਆ, ਅਸੀਂ ਭਰੋਸਾ ਰੱਖਦੇ ਆ, ਤੇ ਫਿਰ ਪਰਮੇਸ਼ਰ ਦੀ ਕਿਰਪਾ ਦੇ ਨਾਲ ਅਸੀਂ ਢੱਕ ਜਾਂਦੇ ਆ, ਫਿਰ ਪਰਮੇਸ਼ਰ ਦੀ ਮਹਿਮਾ ਸਾਡੇ ਵਿੱਚ ਹੁੰਦੀ ਆ ਔਰ ਅਸੀਂ ਬਚਾਏ ਜਾਂਦੇ ਆ। ਪਰਮੇਸ਼ਰ ਆਪਣੇ ਲੋਕਾਂ ਨੂੰ ਬਚਾਉਂਦਾ ਵਾ। ਉਪਦੇਸ਼ਕ ਦੀ ਪੋਥੀ 4 ਬਾਬ ਉਹਦੀ 12ਵੀਂ ਅਧ ਵਿੱਚ ਲਿਖਿਆ ਵਾ, 3 ਰੱਸੀਆਂ ਦਾ ਵਟਿਆ ਰੱਸਾ ਛੇਤੀ ਨਾਲ ਨਹੀਂ ਟੁੱਟ ਸਕਦਾ। ਉਪਦੇਸ਼ਕ ਦੀ ਪੋਥੀ 4 ਬਾਬ ਦੀ 12ਵੀਂ ਅਧ ਵਿੱਚ ਲਿਖਿਆ, 3 ਰੱਸੀਆਂ ਦਾ ਵਟਿਆ ਰੱਸਾ ਛੇਤੀ ਨਾਲ ਨਹੀਂ ਟੁੱਟ ਸਕਦਾ। ਇਹ 3 ਰੱਸੀਆਂ ਕਿਹੜੀਆਂ ਨੇ? ਇਹ 3 ਰੱਸੀਆਂ ਮਤੀ ਦੀ ਇੰਜੀਲ 6 ਬਾਬ ਦੇ ਵਿੱਚ ਲਿਖਿਆ ਗਿਆ ਵਾ। ਇਹ ਰੱਸੀਆਂ ਜਿਹੜੀਆਂ ਨੇ ਮੈਂ ਤੁਹਾਡੇ ਸਾਹਮਣੇ ਪੜ੍ਹਦਾ ਵਾਂ। ਇਹ ਰੱਸੀਆਂ ਸਾਡੇ ਲਈ ਬੜੀ ਜ਼ਰੂਰੀ ਨੇ। ਪਹਿਲੇ ਨੰਬਰ ਤੇ ਹੈਗਾ ਵਾ प्रार्थना, दूसरे नंबर ते रोजा और तीसरे नंबर ते देना। देना मतलब दूजे की मदद करनी। पहले नंबर ते रोजा, दूसरे नंबर ते प्रार्थना, तीसरे नंबर ते देना। इन्हां दी गिनती अगे पिछे जितना मर्जी कर लो, भावें देना पहला मान लो, प्रार्थना दूजे नंबर ते मान लो,
ਤੇ ਰੋਜ਼ੇ ਨੇ, ਇਹ ਤੀਸਰੇ ਨੰਬਰ ਤੇ ਮੰਨ ਲਓ, ਅੱਗੇ ਪਿੱਛੇ ਜਿਹਨੂੰ ਮਰਜ਼ੀ ਮੰਨ ਲਓ, ਪਰ ਇਹ ਤਿੰਨ ਚੀਜ਼ਾਂ ਦੀ ਜਿਹੜੀ ਰੱਸੀ ਹੈਗੀ ਆ ਇਹ ਟੁੱਟੇਗੀ ਨਹੀਂ। ਔਰ ਇਹੋ ਹੀ ਅੱਜ ਪ੍ਰਭੂ ਸਾਡੇ ਤੋਂ ਚਾਹੁੰਦਾ ਵਾ, ਤਾਂ ਕਿ ਅਸੀਂ ਪਰਮੇਸ਼ਵਰ ਦੇ ਨਾਲ ਗੱਲਬਾਤ ਕਰੀਏ, ਅਸੀਂ ਰੱਸੀ ਨੂੰ ਪੱਕਾ ਕਰੀਏ, ਤਾਂ ਕਿ ਪਰਮੇਸ਼ਵਰ ਦੀ ਰੱਸੀ ਸਾਡੇ ਆਲੇ ਦੁਆਲੇ ਪੱਕੀ ਹੋਵੇ ਔਰ ਸਾਨੂੰ ਕੁਝ ਹੋ ਨਾ ਸਕੇ। ਉਹ ਕਿਹੜੀਆਂ ਕਿਹੜੀਆਂ ਰੱਸੀਆਂ ਨੇ, ਮੈਂ ਚੰਗੀ ਤਰ੍ਹਾਂ ਤੁਹਾਨੂੰ ਦੱਸਦਾ ਵਾਂ। ਮਤੀ ਦੀ ਇੰਜੀਲ 6 ਬਾਬ ਦੀ 4 ਅਧ ਦੇ ਵਿੱਚ ਲਿਖਿਆ, ਜਦੋਂ ਵੀ ਤੂੰ ਦਾਨ ਦੇਣਾ ਵਾ, ਪਹਿਲੇ ਨੰਬਰ ਤੇ ਕਈ ਲੋਕ ਦਾਨ ਦਿੰਦੇ ਨੇ, ਦਿਖਾਵੇ ਲਈ ਦਿੰਦੇ ਨੇ, ਵੀ ਸਾਨੂੰ ਲੋਕਾਂ ਨੂੰ ਪਤਾ ਲੱਗੇ ਵੀ ਇਹਨੇ ਦਾਨ ਦਿੱਤਾ। ਪਰ ਵਚਨ 'ਚ ਲਿਖਿਆ ਵਾ, ਦਾਨ ਦੋ, ਮਦਦ ਕਰੋ, ਪਰ ਥੋੜੀ ਗੁਪਤ ਨਾਲ ਕਰੋ, ਤਾਂ ਕਿ ਪਰਮੇਸ਼ਵਰ ਨੂੰ ਕੱਲਾ ਪਤਾ ਹੋਵੇ। ਫਿਰ ਉਹੀ ਜਿਹੜਾ ਵਾ ਤੁਹਾਨੂੰ ਬਲੈਸ ਕਰਦਾ ਵਾ ਔਰ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਦਿੰਦਾ ਵਾ। ਗੱਲ ਕੀ ਤੇਰਾ ਪੁੰਨ ਦਾਨ ਬਿਲਕੁਲ ਗੁਪਤ ਹੋਵੇ, ਜਿਸ ਦਾ ਫਲ ਤੇਰਾ ਪਿਤਾ ਜੋ ਗੁਪਤ ਗੱਲਾਂ ਨੂੰ ਜਾਣਦਾ ਹੈ ਦਵੇਗਾ। ਦੂਸਰੇ ਨੰਬਰ ਤੇ ਪ੍ਰਾਰਥਨਾ 6ਵੀਂ ਆਇਤ ਵਿੱਚ ਦੇਖਾਂਗੇ, ਇਸ ਲਈ ਜਦੋਂ ਤੂੰ ਪ੍ਰਾਰਥਨਾ ਕਰੇ ਤਾਂ ਆਪਣੇ ਕਮਰੇ ਵਿੱਚ ਜਾ, ਦਰਵਾਜ਼ਾ ਬੰਦ ਕਰ ਅਤੇ ਆਪਣੇ ਪਿਤਾ ਅੱਗੇ ਜੋ ਗੁਪਤ ਵਿੱਚ ਹੈ ਪ੍ਰਾਰਥਨਾ ਕਰ, ਜਿਸ ਤੇ ਤੇਰਾ ਪਿਤਾ ਜੋ ਗੁਪਤ ਗੱਲਾਂ ਦਾ ਜਾਣਨ ਵਾਲਾ ਹੈ ਤੈਨੂੰ ਫਲ ਦਵੇਗਾ। ਦੂਸਰੇ ਨੰਬਰ ਤੇ ਸੀ ਪ੍ਰਾਰਥਨਾ। ਔਰ ਤੀਸਰੇ ਨੰਬਰ ਤੇ ਹੈਗਾ ਵਾ ਵਰਤ, ਰੋਜ਼ਾ। 7ਵੀਂ ਆਇਤ ਵਿੱਚ, ਸੋ ਜਦੋਂ ਤੂੰ ਵਰਤ ਰੱਖੇ ਤਾਂ ਆਪਣੇ ਵਾਲਾਂ ਨੂੰ ਤੇਲ ਲਾ, ਮੂੰਹ ਤੋਂ, ਤਾਂ ਜੋ ਲੋਕੀ ਇਹ ਨਾ ਜਾਣਨ ਕਿ ਤੂੰ ਵਰਤ ਰੱਖਿਆ ਹੈ। ਇਹ ਕੇਵਲ ਤੇਰਾ ਪਿਤਾ ਹੀ ਜੋ ਗੁਪਤ ਵਿੱਚ ਹੈ ਜਾਣੇ, ਜੋ ਤੇਰੇ ਗੁਪਤ ਕੰਮਾਂ ਨੂੰ ਦੇਖਦਾ ਹੈ, ਉਹ ਹੀ ਤੈਨੂੰ ਇਸ ਦਾ ਫਲ ਦਵੇਗਾ। ਕਹਿਣ ਦਾ ਮਤਲਬ ਹੈ, ਤਿੰਨ ਰੱਸੀਆਂ ਜਿਹੜੀਆਂ ਨਹੀਂ ਟੁੱਟਣਗੀਆਂ, ਉਹ ਤਿੰਨ ਰੱਸੀਆਂ ਜਿਹੜੀਆਂ ਵੱਲ ਖਾ ਕੇ ਤਗੜੀਆਂ ਬਣਦੀਆਂ ਨੇ, ਸਟਰੋਂਗ ਬਣਦੀਆਂ ਨੇ, ਉਹ ਕਿਹੜੀਆਂ ਨੇ? ਇੱਕ ਦੇਣਾ, ਇੱਕ ਪ੍ਰਾਰਥਨਾ ਕਰਨੀ ਔਰ ਇੱਕ ਰੋਜ਼ਾ। ਇਹ ਸਾਡੇ 'ਚ ਗੱਲਾਂ ਹੋਣੀਆਂ ਚਾਹੀਦੀਆਂ ਨੇ। ਜਿਸ ਤਰ੍ਹਾਂ ਕਿ ਅੱਜ ਗਰੀਬ ਲੋਕ ਹੈਗੇ ਨੇ, ਗਰੀਬਾਂ ਦੀ ਆਪਣੇ ਪੰਜਾਬ ਦੇ ਵਿੱਚ ਤੇ ਕਾਫੀ ਲੋਕ ਮਦਦ ਕਰ ਰਹੇ ਨੇ, ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਦੂਜੇ ਸਟੇਟਾਂ 'ਚ ਵੀ ਮਦਦ ਹੋਣੀ ਚਾਹੀਦੀ ਆ। ਕਈ ਥਾਵਾਂ ਤੇ ਨਹੀਂ ਵੀ ਮਦਦ ਹੋ ਰਹੀ, ਇਸ ਕਰਕੇ ਅਸੀਂ ਦੇਖੀਏ ਵੀ ਅਸੀਂ ਕੀ ਮਦਦ ਕਰ ਸਕਦੇ ਹਾਂ। ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰੋ, ਪਰਮਾਤਮਾ ਜੀ ਮੈਨੂੰ ਮਦਦ ਕਰਨ ਦੀ ਸ਼ਕਤੀ ਦਿਓ, ਤਾਂ ਕਿ ਮੈਂ ਕਿਸੇ ਦੀ ਮਦਦ ਕਰਾਂ, ਕੁਛ ਨਾ ਕੁਛ ਮੈਂ ਕਰ ਸਕਾਂ। ਮੈਂ ਭਲਾਤ ਦੇ ਵਿੱਚ ਰਹਿਣਾ ਵਾ ਔਰ ਮੈਂ ਦੇਖ ਰਿਹਾ ਵਾਂ ਕਈ ਲੋਕੀ ਕਾਫੀ ਮਦਦ ਕਰ ਰਹੇ ਨੇ। ਸਮਾਨ ਲੈ ਕੇ ਸ਼ਹਿਰੋਂ ਭਾਅ ਤੇ ਜਿਹੜਾ ਵਿਕ ਰਿਹਾ ਵਾ, ਉਸੇ ਭਾਅ ਤੇ ਉਹਨੂੰ ਵੇਚ ਰਹੇ ਨੇ, ਤਾਂ ਕਿ ਲੋਕਾਂ ਨੂੰ ਕੋਈ ਠੱਗ ਨਾ ਲਵੇ। ਵੇਖੋ ਕਿੰਨੀ ਵਧੀਆ ਗੱਲ ਹੈਗੀ ਹੈ। ਇਹ ਵੀ ਇੱਕ ਤਰ੍ਹਾਂ ਦੀ ਸੇਵਾ ਵਾ। ਜਿਹੜੇ ਪ੍ਰਵਾਸੀ ਲੋਕ ਨੇ, ਜਿਹੜੇ ਗਰੀਬ ਲੋਕ ਨੇ, ਜਿਨ੍ਹਾਂ ਤੱਕ ਕੋਈ ਸਮਾਨ ਨਹੀਂ ਪਹੁੰਚ ਰਿਹਾ, ਉਹਨਾਂ ਤੱਕ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰੋ, ਉਹਨਾਂ ਦੀ ਮਦਦ ਕਰੋ। ਆਪਣੇ ਆਂਢ ਗੁਆਂਢ ਦੇ ਵਿੱਚ ਵੇਖੋ ਵੀ ਕਿਹੜਾ ਕੋਈ ਵਿਧਵਾ ਵਾ, ਜਿਹੜਾ ਕੋਈ ਕਮਾਉਣ ਵਾਲਾ ਨਹੀਂ ਹੈਗਾ, ਜਾਂ ਉਹ ਦਿਹਾੜੀ ਕਰਦੇ ਨੇ ਔਰ ਉਹ ਰੋਜ਼ ਦਾ ਰੋਜ਼ ਖਾਂਦੇ ਨੇ, ਰੋਜ਼ ਕਮਾਉਂਦੇ ਨੇ, ਰੋਜ਼ ਖਾਂਦੇ ਨੇ, ਉਹਨਾਂ ਦੀ ਜਾ ਕੇ ਤੁਸੀਂ ਮਦਦ ਕਰ ਸਕਦੇ ਜੇ। ਆਪਸ ਵਿੱਚ ਮਿਲ ਕੇ ਤੁਸੀਂ ਘਰਾਂ ਦੇ ਵਿੱਚ ਮਿਲ ਕੇ ਆਪਸ ਵਿੱਚ ਸਲਾਹ ਕਰਕੇ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਜੇ। ਪਰਮੇਸ਼ਵਰ ਇਹੋ ਹੀ ਚਾਹੁੰਦਾ ਵਾ। ਔਰ ਦੂਸਰੇ ਨੰਬਰ ਤੇ ਪ੍ਰਾਰਥਨਾ ਚਾਹੁੰਦਾ ਵਾ। ਪ੍ਰਾਰਥਨਾ ਤੁਸੀਂ ਆਪਣੀ ਜਦੋਂ ਕਰੋ ਤੇ ਆਪਣਾ ਦਰਵਾਜ਼ਾ ਬੰਦ ਕਰ ਲਓ। ਕਹਿਣ ਦਾ ਮਤਲਬ ਆ ਆਪਣਾ ਫੋਨ ਬੰਦ ਕਰ ਲਓ, ਆਪਣਾ ਸਾਰਾ ਕੁਝ ਬੰਦ ਕਰ ਲਓ, ਜਾਣੀ ਕਿ ਧਿਆਨ ਆਪਣਾ ਇੱਕ ਮਨ ਹੋ ਕੇ ਪ੍ਰਾਰਥਨਾ ਕਰੋ। ਤੁਹਾਡਾ ਧਿਆਨ ਡਿਸਟਰਬ ਨਾ ਹੋਵੇ, ਤੁਹਾਡਾ ਧਿਆਨ ਇੱਧਰ ਉੱਧਰ ਨਾ ਲੱਗੇ। ਇਸ ਕਰਕੇ ਤੁਸੀਂ ਸੱਚੇ ਦਿਲ ਨਾਲ ਜਦੋਂ ਪ੍ਰਾਰਥਨਾ ਕਰੋਗੇ ਤੇ ਪਰਮੇਸ਼ਰ ਆਪਣੀ ਕਿਰਪਾ ਕਰੇਗਾ। ਔਰ ਤੀਸਰੇ ਨੰਬਰ ਤੇ ਵਰਤ ਜਿਹੜਾ ਰੱਖਣਾ ਵਾ, ਉਹ ਵੀ ਅਸੀਂ ਵਿਖਾਵੇ ਲਈ ਨਾ ਕਰੀਏ। ਉਹ ਲੋਕਾਂ ਨੂੰ ਅਸੀਂ ਦੱਸਦੇ ਫਿਰਦੇ ਨਾ ਦਸੀਏ ਵੀ ਮੈਂ ਅੱਜ ਵਰਤ ਰੱਖਿਆ ਵਾ, ਮੈਂ ਅੱਜ ਵਰਤ ਰੱਖਿਆ ਵਾ। ਸਾਫ਼-ਸਾਫ਼ ਲਿਖਿਆ ਇੱਥੇ ਵਰਤ ਰੱਖੋ ਪਰ ਕਿਸੇ ਨੂੰ ਦੱਸੋ ਨਾ। ਕਈ ਵਾਰੀ ਸਾਨੂੰ ਦੱਸਣਾ ਪੈਂਦਾ ਦੂਜੇ ਨੂੰ ਉਤਸ਼ਾਹ ਦੇਣ ਲਈ, ਉਹ ਵੀ ਗੱਲ ਠੀਕ ਹੈਗੀ ਆ, ਪਰ ਆਮ ਅਸੀਂ ਲੋਕਾਂ ਦੇ ਵਿੱਚ ਨਾ ਦਸੀਏ ਵੀ ਮੈਂ ਅੱਜ ਵਰਤ ਰੱਖਿਆ, ਮੈਂ ਅੱਜ ਵਰਤ ਰੱਖਿਆ, ਮੈਂ ਤੇਲ ਨਹੀਂ ਲਾਇਆ, ਮੈਂ ਮੂੰਹ ਵੇਖੋ ਮੇਰਾ ਵੇਖੋ ਕਿਹੋ ਜਿਹਾ ਸੁੱਕ ਗਿਆ ਵਾ। ਪਰ ਨਹੀਂ, ਪਰਮੇਸ਼ਰ ਚਾਹੁੰਦਾ ਵਾ ਇਹ ਤੇਲ ਲਾਓ, ਵਰਤ ਰੱਖੋ, ਔਰ ਜਿਹੜਾ ਮੈਂ ਜਾਣਦਾ ਵਾਂ ਤੈਨੂੰ, ਮੈਂ ਤੇਰਾ ਇਨਾਮ ਦਊਂਗਾ। ਤੇਰੀਆਂ ਪ੍ਰਾਰਥਨਾ ਸੁਣ ਕੇ ਮੈਂ ਲੋਕਾਂ ਨੂੰ ਚੰਗਾ ਕਰੂੰਗਾ, ਤੇਰੀਆਂ ਪ੍ਰਾਰਥਨਾ ਸੁਣ ਕੇ ਮੈਂ ਸਾਰੀ ਧਰਤੀ ਤੇ ਮਹਾਮਾਰੀ ਨੂੰ ਖਤਮ ਕਰੂੰਗਾ। ਇਸ ਕਰਕੇ ਤੂੰ ਪ੍ਰਾਰਥਨਾ ਕਰ ਸੱਚੇ ਦਿਲ ਦੇ ਨਾਲ, ਰੋਜ਼ਾ ਰੱਖ ਔਰ ਦੂਜਿਆਂ ਦੀ ਮਦਦ ਕਰ, ਆਪਣਾ ਖਾਣਾ ਵੰਡ ਕੇ ਖਾ ਲੋਕਾਂ ਦੇ ਨਾਲ, ਔਰ ਫਿਰ ਵੇਖ ਮੈਂ ਕਿਸ ਤਰ੍ਹਾਂ ਕਿਰਪਾ ਕਰਦਾ। ਔਰ ਵਾਕਈ ਪ੍ਰਭੂ ਦੇ ਵਚਨ ਸੱਚ ਨੇ। ਪ੍ਰਭੂ ਜੋ ਵੀ ਕਹਿੰਦੇ ਨੇ ਸੱਚ ਕਹਿੰਦੇ ਨੇ। ਪਰਮੇਸ਼ਰ ਦੇ ਵਚਨ 'ਚ ਲਿਖਿਆ ਵਾ, ਮੈਂ ਜੋ ਕਹਿ ਦਿੱਤਾ ਔਰ ਇਹ ਟਾਲ ਨਹੀਂ ਸਕਦਾ। ਪਰਮੇਸ਼ਰ ਦੇ ਮੂੰਹ 'ਚੋਂ ਨਿਕਲੇ ਹੋਏ ਸ਼ਬਦ ਜਿਹੜੇ ਨੇ ਇਹ ਵਾਪਸ ਨਹੀਂ ਆਉਂਦੇ, ਇਹ ਕੰਮ ਕਰਕੇ ਵਾਪਸ ਆਉਂਦੇ ਨੇ। ਯਸ਼ਾਇਆ ਨਬੀ ਦੀ ਪੁਸਤਕ 55 ਬਾਬ ਦੇ ਵਿੱਚ 11ਵੀਂ ਆਇਤ ਦੇ ਵਿੱਚ ਲਿਖਿਆ। ਔਰ ਇਸ ਕਰਕੇ ਜਦੋਂ ਅਸੀਂ ਪ੍ਰਭੂ ਦਾ ਅਸੀਂ ਕਹਿਣਾ ਮੰਨਦੇ ਹਾਂ ਤੇ ਪ੍ਰਭੂ ਆਪਣੀ ਕਿਰਪਾ ਕਰਦਾ ਵਾ। ਅਸੀਂ ਦੇਖਾਂਗੇ ਮਰਕੁਸ ਦੀ ਇੰਜੀਲ 4 ਬਾਬ ਦੀ 8ਵੀਂ ਆਇਤ ਦੇ ਵਿੱਚ, ਉੱਥੇ ਅਲੱਗ-ਅਲੱਗ ਤਰ੍ਹਾਂ ਦੀ ਥਾਵਾਂ ਦੀ ਗੱਲ ਕੀਤੀ ਗਈ ਆ ਵੀ ਪਰਮੇਸ਼ਰ ਦਾ ਵਚਨ ਕਿਸ ਤਰ੍ਹਾਂ ਬੀਜਿਆ ਗਿਆ ਵਾ। ਕਈ ਲੋਕੀ ਪਰਮੇਸ਼ਰ ਦੇ ਵਚਨ ਨੂੰ ਇਕੱਲੇ ਸੁਣਦੇ ਨਹੀਂ, ਬਸ ਬੈਠਦੇ ਨੇ, ਉਹ ਸੋਚਦੇ ਨੇ ਵੀ ਅਸੀਂ ਪਰਮੇਸ਼ਰ ਦੇ ਵਚਨ ਨੂੰ ਸੁਣਨ ਬਸ ਆਏ ਆ, ਪਰਮੇਸ਼ਰ ਦੀ ਕਿਰਪਾ ਸਾਡੇ ਤੇ ਹੋ ਜਾਏਗੀ।
कई लोग परमेश्वर के वचन सुनते हैं पर बाहर जाके अपना अपना फिर अलग अलग तरीके नाल चलते हैं। कुछ होंदे ने जिहड़े जदों मुसीबत आउंदी आ ते वो परमेश्वर के वचन नूं भुल जाते हैं, फिर वो मुसीबतां दे फस जाते हैं। पर प्रभु का वचन कहता वा जो मेरे वचन नूं सुनदा वा और उते चलदा वा, धीरज रखदा वा, फिर उते परमेश्वर की कृपा हुंदी आ और 30 गुना 60 गुना 100 गुना फल लैके आउंदे। मरकुस इंजील 4 बाब की 8वीं अध्याय विच लिखिया वा भी 30 गुना 60 गुना और 100 गुना फल लैके आउंदे ने। इहदे विच भी 3 टाइप हैगियां ने। फल तो लगते हैं पर इहदे विच भी 3 तरह के लोग आ जाते हैं। ये किहड़े-किहड़े लोग ने जिहड़े इकल्ले प्रार्थना करते हैं 30 गुना, जिहड़ा भी एक चीज इन्हां चों कर रहा वा उन्होंने 30 गुना, जिहड़े 2 चीज़ां करते हैं उन्होंने 60 गुना और जिहड़े 3 चीज़ां करते हैं उन्होंने 100 गुना फल दिंदा वा परमेश्वर। इस करके असीं इह 3 गल्लां नूं याद रखीए। जिहड़ी रस्सी हैगी आ ये बड़ी तगड़ी है, स्ट्रॉन्ग हैगी आ और इन्हां 3 दे नाल असीं जदों चलांगे ते परमेश्वर की कृपा साडे परिवार दे उत्ते और दूजे लोकां दे उत्ते भी होएगी। वचन च लिखिया वा परमेश्वर की खुशी साडी ताकत है। अपनी तुसी दुखी ना हो, तुसी बहुत डर ना जाओ, परमेश्वर ते भरोसा रखो। जब असीं परमेश्वर ते भरोसा रखते हैं तो सानू एक खुशी मिलती है और वही साडी ताकत होंदी है, वही साडा इम्यून सिस्टम वधाउंदी है। जिहड़े इंजैक्शन तैयार होंदे ने, जिहड़े वैक्सीनेशन तैयार होंदे ने और ये की करदे ने जदों इंजैक्शन लगदा वा ये साडे इम्यून सिस्टम नूं स्ट्रॉन्ग कर दिंदे ने। उहदे नाल बीमारी साडी जिहड़ी बड़ी थोड़ी हो जाती है, घट जाती है, खत्म हो जाती है और ये काम करती है। इस तरीके नाल प्रभु का वचन भी एक इंजैक्शन है, ये भी एक वैक्सीनेशन है साडे लई। जदों असीं प्रभु के वचन नूं ग्रहण करते हैं सानू इम्यून सिस्टम वधदा वा, असीं स्ट्रॉन्ग बनते हैं और असीं फिर जितते हैं। इस करके परमेश्वर की खुशी में जदों असीं रवांगे ते असीं शक्ति पावांगे। असीं देखते हैं कूच की पुस्तक और 12वां बाब और 12वां बाब और 7वीं आयत दे विच पुराने नियम दे विच की होया सी जदों परमेश्वर ने मूसा नूं भेजिया इजराइलियां नूं छुड़ा के लै गया, मिस्रियां तो इजिप्ट तो छुड़ा के लै गया ते खीरले दिन परमेश्वर ने मूसा नूं कहा भी तू एक काम कर और सारे लोकां नूं दस दे। और वो किहड़ा काम सी मैं पढ़दा वां, तुसी अपने लेले दे लहू विचों थोड़ा लैके अपने अपने घरां दे जिथे तुसी बैठ के खाओ, बाहरले बूहियां दियां 2 चुगाठां ते सिरियां उत्ते उपरले सेरुआं उत्ते ला दो। जाने के तुसी लेले दा जिहड़ा खून हैगा वा वो अपनियां बूहियां ते ला दो। तो क्यों क्या? क्योंकि वचन दे विच लिखिया वा परमेश्वर कहंदे ने जिथे ये नहीं लगा हैगा उन्हां ते मैं मुश्किलां भेजूंगा, जिथे नहीं लगा हैगा उन्हां ते मैं मुश्किलां भेजूंगा। इस करके असीं परमेश्वर दे लोग हैं और प्रभु यीशु मसीह ने अपना खून साडे ते बहाया और प्रभु यीशु मसीह का खून जदों असीं रोज सवेरे उठ के प्रार्थना करते हैं, प्रभु यीशु मसीह के खून दे विच असीं अपने आप नूं कवर करते हैं, अपने परिवार नूं कवर करते हैं, अपने आंढ गुआंढ के लोगों नूं, अपने भैन भरावां नूं जदों कवर करते हैं तो परमेश्वर की कृपा उन्हां ते बड़ी रहिंदी है। तो की होया असीं देखांगे 13वीं आयत मैं प्रभु हाँ पर तुहाडे बूहियां दे बाहर लगा लहू मेरे लिए चिन्ह होवेगा कि तुसी अंदर हो, इसलिए तुहाडा उस दिन कोई नुकसान नहीं होवेगा जदों मैं मिस्रियां नूं सजा देवांगा। मिस्रियां ने उन्हां ते बड़ियां जुल्म कीता सी, उन्हां ते बड़ियां मुश्किलां दे नाल उन्हां तो काम करवाउंदे सन, स्लेव बना के उन्हां नूं अपने काबू विच रख के। ते इस करके परमेश्वर का गुस्सा उन्हां ते भड़ गया सी और परमेश्वर ने अपने लोकां नूं एक चाबी दे दी सी। चाबी की सी भी खून लगा लो अपने चुगाठां दे उत्ते, अपने बूहियां दे उत्ते और जदों मैं सजा देन आऊंगा, मैं जदों तुहाडे बूहियां दे उत्ते देखूंगा तो मैं तुहानूं सजा नहीं दूंगा, फिर उन्हां नूं सजा दूंगा जिन्हां दे उत्ते नहीं लगा। और इस करके अज दा दिन असीं तैयार रहिए अपने बूहियां दे उत्ते। कहने का मतलब है अज दे विश्वास साडे विश्वास नाल जदों असीं विश्वास नाल प्रार्थना करते हैं तो परमेश्वर का खून साडे उत्ते कवर हो जांदा वा। वचन च लिखिया जकरिया 2:5 दे विच, जकरिया की पुस्तक और 2:5 दे विच लिखिया वा मैं तुहाडे लागे बलदी अग दी कंध आ। परमेश्वर साडे लागे बलदी अग दी कंध आ। जदों असीं परमेश्वर ते भरोसा रखते हैं तो कोई भी सानू वायरस कोई भी अटैक साडे ते हो नहीं सकदा। जदों असीं देखदे इफसियों की पुस्तक 6 बाब की 16वीं आयत दे विच वचन च लिखिया परमेश्वर ते विश्वास रखो, रोज विश्वास रखो
परमेश्वर ते जदों तुसीं विश्वास करदे जे परमेश्वर की ढाल तुहाडे परिवार के आले दुआले आ जाती है और कोई भी शैतानी ताकत कोई भी महामारी कोई बीमारी सानू छू नहीं सकती। उत्थे लिखा वा शैतान दे तुसीं बलदे होए तीरां नूं तुसीं बुझा दोगे। किस तरह? विश्वास दे नाल। और कला बैठे बैठे विश्वास काम नहीं करेगा, विश्वास नाल सानू ये काम करना पएगा, क्योंकि यकूब की पुस्तक दे विच लिखा काम तो बगैर विश्वास मुर्दा वा। काम तो बगैर विश्वास मुर्दा वा। सानू काम करना पएगा। किहड़े काम? प्रार्थना करनी पएगी, दूजियां दी मदद करनी पएगी, रोजा रखना पएगा, फिर जाके परमेश्वर की कृपा नूं असीं लै सकदे हां। इस करके असीं परमेश्वर दे उत्ते विश्वास करिए, परमेश्वर दे वचनां दे उत्ते चलीए, ताकि परमेश्वर की कृपा साडे ते और सारे लोगों के उत्ते बनी रहे। वचन दे विच लिखिया वा मत्ती दी इंजील 11 बाब दी 28 आयत दे विच, हे थके ते भार हेठ दबे लोगों मेरे को आओ मैं तुहानूं आराम दूंगा। ये प्रभु यीशु मसीह दा वाक है। प्रभु यीशु मसीह ने कोई धर्म नहीं बनाया, कोई धर्म नहीं बनाया। बाइबल दे मैं अज तक दे मैं ईसाई शब्द नहीं लभ्या। वचन च लिखिया वा यूहन्ना दी इंजील दे विच पहले बाब दे विच लिखिया जिन्हां ने परमेश्वर दे वचन नूं ग्रहण कीता और परमेश्वर ने उन्होंने पुत्र पुत्रियां होने का अधिकार दिता। और इस करके यीशु मसीह का वचन सारे लिए लावा। यीशु नासरी ने यीशु मसीह ने अपनी सारी दुनिया लिए जान दी, एक देश लिए नहीं दी, एक कम्यूनिटी लिए नहीं दी, एक धर्म लिए नहीं दी, बल्कि सारे लिए दी, ताकि असी सारे बचाए जाइए। और इस करके असी प्रार्थना करिए ताकि परमेश्वर के वचन के बने रहिए। जो असी रोजा रखांगे तो जिस तरह जोशाफाट ने सारा कहा रोजा रखो, और की होया परमेश्वर की कृपा इस तरह की आई, परमेश्वर ने कहा यह लड़ाई तुहाडी नहीं हैगी, ये मेरी लड़ाई है। और परमेश्वर ने उन्होंने जित दी, जोशाफाट को जित दी। असी होर भी बड़े वचन ने, पर समय नूं देखदे बड़े काफी वचन ने जिहदे नाल परमेश्वर के वचनां नाल सानूं शक्ति मिलती है, ताकत मिलती है। एक थां लिखा परमेश्वर कह रहे ने मेरे लोग ज्ञान की कमी करके नाश हो रहे हैं। ज्ञान नहीं है। किहड़ा ज्ञान? ज्ञान तो दुनियावी ज्ञान तो बहुत है वा, पर अज दुनियावी ज्ञान की कर रहा वा? कुछ नहीं कर रहा। की कर सकता वा? साइंटिस्ट डॉक्टर जिन्नी तक ओहदी कृपा ना होवे उन्नी तक काम नहीं हो सकता। डॉक्टर भी रब का रूप होंदे ने, पर फिर भी खीरला जिहड़ा है ओहदा ही हुक्म है। खीरला हुक्म तो ओहदा ही आ, पहला और खीरला हुक्म वही आ। जो वह अपनी कृपा करता तो उहदे नाल ही वैक्सीनेशन मिलेगी, उहदे नाल ही दवाइयां बनणगियां और परमेश्वर के लोग भी बचाए जाणगे। इस करके अज का दिन जिहड़ा वा सानू परमेश्वर ने घरां दे विच समां दिता वा। घर दे विच भी रहिंदे होए असीं वेले ना रहिए। कई बार असीं सोचदे की करिए, शैतान इहो चाहुंदा वा दवावां ना करन, ये प्रार्थनावां ना करन, क्योंकि शरीर की और आत्मा की साडी इहो लड़ाई हैगी, इहो जंग हैगी आ, और इहो ही आपां जितनी आ। असीं आत्मा नूं स्ट्रॉन्ग करना वा, तो जदों साडी आत्मा स्ट्रॉन्ग होंदी है तो शरीर हारदा वा। शरीर का मतलब है दुनियावी काम जिहड़े ने, जिहड़े असीं कदी इधर भजदे कदी उधर भजदे आ। परमात्मा ने 7 दिनों का एक हफ्ता बनाया वा। परमेश्वर ने कहा वा 6 दिन काम कर और एक दिन मेरे घर दे विच आ, मेरे नाल समां बतीत कर, पर लोकी ओह ही नहीं कर रहे। एक टाइम होंदा वा जदों लोकी कहंदे आ लोकां को काम नहीं मिलता, लोकां नूं बरकत नहीं मिलती, फिर परमात्मा ने जाके लीका कढदे आ भी परमात्मा जी मेरे ते कृपा कर दो, मैं तुहाडे नाल चलूंगा, तुसीं मैनूं बरकत दे दो, मैं तुहाडा कहना मनूंगा। पर जदों बरकत मिल जाती है और ओही बरकत उन्हां लई बीमारी बन जाती है, ओही बरकत, क्योंकि जदों वो अपने कामां दे पिछे भज जांदे ने, अपने कामां दे पिछे लगे रहिंदे ने, पैसे कमाउण लई वो बरकत दे पिछे भजे रहिंदे ने, फिर परमात्मा नूं भुल जांदे ने, फिर बीमारियां ते फिर प्रभु दी कृपा हट जाती है, फिर मुश्किलां ही आउंदियां ने। इस करके सानू अपने वल ध्यान दईए। अज मैं की गलतियां कीतियां ने, मैं किहड़ियां गलतियां कीतियां ने, मैं किहड़े गुनाह कीते ने, मैं किन्नू धोखा दिता वा, क्योंकि मरण तो बाद असीं परमात्मा वाले कोल ही जाना वा। 3 गल्लां ते पक्कियां ने, एक बंदे का जन्म, एक बंदे की मौत और एक बंदे का हिसाब किताब। और इस करके हिसाब किताब लई भी आपां तैयार रहना वा। ये भी इनू कदी नहीं भुलना, इनू हमेशा याद रखना। परमेश्वर ने सानू खीर च पुछना वा मैं तेनू किहड़े काम दिते सी, तू किहड़े कीते ने, तू हेरा फेरियां कीतियां, तू अपने परिवार दे नाल हेरा फेरियां कीतियां ने, तू अपने मां प्यो दे नाल हेरा फेरी करदा रहा वा, तू अपने बच्चों दे नाल हेरा फेरियां कीतियां ने, तू अपनी घरवाली दे नाल हेरा फेरी कीती है, तू अपने घरवाले तो दूर रह के हेरा फेरी कीती है, तू हेरा फेरियां कीतियां ने अपने दुकान दे विच रह के, तू अपने कामां दे विच हेरा फेरी कीती है, तू मेरा डर नहीं रखिया, तू चोरियां करता रहा वा। ये सारिया चीजों असी अपनी देखिए और माफी मंगीए। वचन च लिखा वा मेरी खोज कर सारा कुछ मैं तेनों दे दूंगा।
सानू भजन की लोड़ नहीं हैगी। जो यीशु मसीह ने पहली बारी प्रचार किया, जिहड़ी पहली गल उन्होंने की, पश्चाताप करो, परमेश्वर का राज तुहाडे लागे है। परमेश्वर का राज दूर नहीं हैगा, परमेश्वर का राज तुहाडे विच ही है। इस करके अपने मन नूं फिराओ, पश्चाताप करो, अपनी गलतियां नूं मनो। और प्रभु यीशु मसीह का भी मेन मकसद इहो सी भी इस धरती ते रह के प्रभु का डर रखण, और इस तो बाद मरण तो बाद भी ये जिंदगी ओवली बतीत करन जिहड़ी स्वर्ग वाली जिंदगी है, जिथे सानू सारा कुछ मिलेगा, जिथे कदी रोना नहीं होएगा। और जिहड़े लोग गलत चलणगे वो बाकी तो ही जानते जो उन्होंने की होएगा। इस करके असी प्रार्थना करिए, और ये समा वा सानू प्रार्थना करन दा, उठ के रोजा रखन दा, अपनी ख्वाहिशां नूं मारो और सारे लिए प्रार्थना करो। वचन सानू ये नहीं सिखाउंदा भी तू बच जाएगा ते तू दूजिਆਂ ਨੂੰ ਰਹਿਣ ਦੇ। प्रभु का वचन दसदा वा भी तू अपने आप को बचा और दूजिਆਂ ਲਈ भी प्रार्थना कर। इस करके असी सारे लिए प्रार्थना करनी है। मेरी जिंदगी च एक बोझ है, मैं देख रहा किस तरह लोग मर रहे हैं, किस तरह खत्म हो रहे हैं। और मैं तुहानू इनवाइट करदा, मैं अपने भैन भरावां नूं जिहड़े मेरे भैन भरा सुन रहे हैं, मैं चाहुंदा वां असी इकट्ठे मिलकर प्रार्थना करिए। और तुसी अपनी प्रार्थना दे विच भी याद रखो, परमेश्वर अगे बेनती करो, परमेश्वर लोकां दे उत्ते अपनी कृपा कर, अपनी कृपा कर, तू दयालु आ, तू कृपालु आ, और अपनी दया कर ताकि वो बच जान और अपनी गलतियां नूं मनण और अगे तो पाप ना करन, बचाए जान। और असीं मिल के प्रार्थना करांगे, अखां बंद करांगे। पिता जी तुहाडे चरनां दे विच आउंदे आ, और परमेश्वर मैं प्रार्थना करदा तुहाडी आत्मा द्वारा जो मैं बोलिया वा, सुनने वालियां दे कान ब्लैस कर दो, सुनने वालियां नूं बरकत दो, ताकि तुहाडे वचन नूं जो सुनिया वा उन्हां नूं बहुत सारी बरकत मिले, उन्हां दे परिवार, उन्हां दीयां जिंदगियां बचाईयां जाण। और परमेश्वर असी प्रार्थना करते सारी दुनिया लिए प्रभु, जो महामारी सारी दुनिया के उत्ते आई है प्रभु जी, हर एक के उत्ते आई है मेरे परमेश्वर तुसी सारा कुछ जानते जे। और बेनती करते परमेश्वर अपनी दया करो, अपनी दया करो परमेश्वर, अपनी दया करो, अपनी कृपा करो मेरे परमेश्वर। लोकां दीयां जिंदगियां नूं बचा दो मेरे परमेश्वर, जो महामारी आ उस तो बचाओ मेरे परमेश्वर। जो बीमारियां दे जकड़े लोग ने प्रभु जी उन्होंने आजाद कर दो, बीमारियां तो आजाद कर दो परमेश्वर। प्रभु यीशु मसीह नाम से लोगों को जीवन मिले परमेश्वर तुहाडे बेड़े यीशु मसीह ने अपनी जान दी है, अपने बेड़े वाल, अपने यीशु मसीह वाल, उन्हें खून वाल देखते हैं। प्रभु जी माफ करो, प्रभु दया करो, तुहाडा दास होने के नाते प्रभु प्रार्थना करते हैं प्रभु जी अपनी कृपा करो, सारे दे उत्ते अपनी कृपा करो मेरे परमेश्वर। लोग अपनी गलतियों को मनन और पश्चाताप करन और दूसरों लिए भी प्रार्थना करन परमेश्वर। और फिर तो प्रभु नवी जिंदगी मिले, जितना जोशाफाट जितया उस तरीके नाल प्रभु जित महसूस होवे। जितना प्रभु ने निनवे शहर दे विच राजे ने सारे रोजा रखा दिता सी और सारे ने अपनी गलतियां मनिया सन, उस तरीके नाल परमेश्वर अज सारे लोग प्रभु की प्रार्थना दे विच रहन, प्रार्थना करन, रोज प्रार्थना करन तुहाडे नाल, जिन्नी देर तक महामारी खत्म नहीं होंदी। और प्रभु जी सारे दे उत्ते तुहाडी कृपा चाहुंदे हैं, तुहाडी कृपा चाहुंदे परमेश्वर। साडियां प्रार्थना सुन के प्रभु लोकां दे उत्ते दया करो मेरे परमेश्वर। थैंक यू पिता जी, तुहाडा धन्नवाद करदे हां, धन्नवाद करदे हां और विश्वास करदे हां जो मंगिया तुसीं दे दिता। प्रभु यीशु मसीह नाम ते मंगदे हां, आमीन। और मैं एक होर प्रार्थना करूंगा, जिहड़े लोग बीमारियां दे विच ने, जिहड़े लोकां नूं कोई भी प्रॉब्लम हैगी है, जिहड़े लोकी कोई इन्फेक्शन है, कोई पेट की बीमारी है, कोई भी रोग है, असी प्रार्थना करांगे। क्यों? क्योंकि उस परमात्मा ने सानू बनाया वा और वो जे साडा बनाउण वाला वा ते साडियां प्रार्थना भी सुनदा वा और सानू ब्लैस भी करेगा और तुहानू ब्लैस करेगा। मैं प्रार्थना करदा पिता जी, मैं प्रार्थना करदा सारे लोगों लिए प्रभु जो मैनू देख रहे हैं और जो मैनू सुन रहे हैं मेरे पिता जी, प्रार्थना करदा सारियां बीमारियां जो भी सिर तो लैके पैरों तक ने, जो भी दर्दां ने, गोडियां दी दर्दां ने, जो पथरियां ने, जो बीमारियां ने, कैंसर ने, एड्स है, हर एक तरह की बीमारी, हर एक तरह का दर्द, ब्रेन ट्यूमर, रसौलियां, अखां दी दर्दां, अखां दी बीमारियां, स्किन दी बीमारियां, सारियां प्रभु जी बीमारियां जिहड़ियां भी ने प्रभु जी सारे नूं बन के तुहाडे खून दे नाल क्रॉस ते जाके कैंसल करदा। प्रभु यीशु मसीह दे नाम ते खत्म हो जाण और वापस करी ना आउण। प्रभु यीशु मसीह दे नाम ते जीवन मिले। हर तरह की अंधकार दी शक्तियां, नशे वालियां, व्यभिचार वालियां, हर तरह की अंधकार दी शक्तियों मैं डांटदा वां, यीशु मसीह दे नाम ते खत्म हो जाण और वापस करी ना आउण।
ਪ੍ਰਭੂ ਯਿਸੂ ਮਸੀਹ ਦੇ ਨਾਂ ਤੇ ਸਾਰੇ ਚੰਗੇ ਹੋ ਜਾਣ। ਪਵਿੱਤਰ ਆਤਮਾ ਦੀ ਸਾਰਿਆਂ ਨੂੰ ਛੂ ਲਓ ਔਰ ਚੰਗਾ ਕਰ ਦਿਓ। ਪ੍ਰਭੂ ਯਿਸੂ ਮਸੀਹ ਦੇ ਨਾਂ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੇ ਚੰਗਿਆਈ ਪਾਉਣ ਔਰ ਸਾਰੇ ਘਰ ਦੇ ਵਿੱਚ ਬਰਕਤ ਆਵੇ। ਪ੍ਰਭੂ ਯਿਸੂ ਮਸੀਹ ਦੇ ਨਾਂ ਤੇ ਚੰਗਿਆਈ ਪਾਉਣ। ਪਰਮੇਸ਼ਰ ਤੁਹਾਡਾ ਪਿਆਰ ਮੈਂ ਖੋਲਦਾ ਵਾਂ, ਮੈਂ ਤੁਹਾਡੀ ਚੰਗਿਆਈ ਖੋਲਦਾ ਇਹਨਾਂ ਲੋਕਾਂ ਲਈ। ਪ੍ਰਭੂ ਯਿਸੂ ਤੁਹਾਡਾ ਕੋੜਾ ਖੋਲਦਾ ਇਹਨਾਂ ਲੋਕਾਂ ਲਈ। ਤੁਸੀਂ ਕੋੜੇ ਖਾਦੇ ਤਾਂ ਕਿ ਲੋਕਾਂ ਨੂੰ ਚੰਗਿਆਈ ਮਿਲੇ। ਤੁਹਾਡੇ ਵਚਨ 'ਚ ਲਿਖਿਆ ਵਾ ਔਰ ਲੋਕੀ ਚੰਗੇ ਹੁੰਦੇ ਨੇ। ਮੇਰੇ ਪਰਮੇਸ਼ਰ ਧੰਨਵਾਦ ਕਰਦੇ ਪਰਮੇਸ਼ਰ, ਪਵਿੱਤਰ ਆਤਮਾ ਨੇ ਤੁਸੀਂ ਛੂ ਲਿਆ ਔਰ ਚੰਗਾ ਕਰ ਦਿੱਤਾ। ਯਿਸੂ ਮਸੀਹ ਦੇ ਨਾਂ ਤੇ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ।